ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਅਣਜਾਣੇ ਅਣਗੌਲੇ ਸਿੱਦਕੀ ਅਤੇ ਯੋਧੇ। ਲੇਖਕ ਭਾਈ ਦਲਜੀਤ ਸਿੰਘ। ਤੀਜੇ ਭਾਗ ਵਿੱਚ ਸੁਣੋ ਸ਼ੁਕਰਾਨੇ ਵਾਲਾ ਸਿੰਘ, ਹੁਕਮ ਦਾ ਅਦਬ ਸਤਬਚਨੀ ਸਿੰਘ ਅਤੇ ਕਾਰ ਸੇਵਾ ਵਾਲੇ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰਾਨੇ ਵਾਲਾ ਸਿੰਘ। ਬਹੁਤ ਸਾਦਾ ਜਿਹਾ ਦਿਸਣ ਵਾਲਾ ਇਹ ਸਿੰਘ ਬਿਆਸ ਦਰਿਆ ਦੇ ਕੰਢੇ ਮਾਝੇ ਦੀ ਧਰਤੀ ਉੱਤੇ ਇੱਕ ਪਿੰਡ ਦੇ ਬਾਹਰਵਾਰ ਸ਼ਹੀਦਾਂ ਦੀ ਯਾਦ ਵਿੱਚ ਪੁਰਾਣੇ ਵੇਲਿਆਂ ਤੋਂ ਬਣੇ ਹੋਏ ਗੁਰਦੁਆਰਾ ਸਾਹਿਬ ਵਿੱਚ ਰਹਿੰਦਾ ਸੀ। ਉਹਦੀ ਉਮਰ ਕੋਈ 40 ਕੁ ਸਾਲ ਹੋਣੀ ਹੈ। ਉਹਦਾ ਕੱਦ ਮਧਰਾ ਅਤੇ ਰੰਗ ਪੱਕਾ ਜਿਹਾ ਸੀ। ਉਹਦੇ ਮਜ਼ਬੂਤ ਸਰੀਰ ਉੱਤੇ ਸਦਾ ਹੀ ਖੱਦਰ ਦਾ ਚੋਲਾ ਪਾਇਆ ਹੁੰਦਾ ਸੀ। ਇਹ ਸਿੰਘ ਛੋਟੇ ਹੁੰਦਿਆਂ ਤੋਂ ਹੀ ਇਸੇ ਗੁਰਦੁਆਰੇ ਦੀ ਸੇਵਾ ਕਰਦਾ ਸੀ। ਇਸ ਥਾਂ ਦੀ ਇਲਾਕੇ ਵਿੱਚ ਬਹੁਤ ਮਾਨਤਾ ਸੀ। ਲੋਕ ਸੁੱਖਾਂ ਸੁੱਖਣ ਆਉਂਦੇ ਸਨ ਅਤੇ ਅਰਦਾਸਾਂ ਕਰਵਾਉਂਦੇ ਸਨ। ਇੱਥੇ ਚੜ੍ਹਾਵਾ ਵੀ ਕਾਫੀ ਚੜ੍ਹਦਾ ਸੀ। ਆਪਣੇ ਤੋਂ ਪਹਿਲੇ ਗੁਰੂ ਘਰ ਦੇ ਸੇਵਾਦਾਰਾਂ ਵਾਂਗ ਇਹ ਸਿੰਘ ਵੀ ਸਾਰਾ ਪੈਸਾ ਸੰਗਤ ਦੀ ਸੇਵਾ ਵਿੱਚ ਲਾ ਦਿੰਦਾ ਸੀ। ਇਹਦੀ ਆਪਣੀ ਕੋਈ ਜ਼ਰੂਰਤ ਹੀ ਨਹੀਂ ਸੀ। ਅਜਿਹੇ ਲੋਕਾਂ ਦੀ ਘਾਟ ਹੀ ਪੰਥ ਅੰਦਰ ਅਸਲ ਘਾਟ ਹੈ, ਜੋ ਹਰ ਹਾਲ ਵਿੱਚ ਸ਼ੁਕਰ ਦੀ ਭਾਵਨਾ ਵਿੱਚ ਰਹਿਣ ਵਾਲੇ ਹੋਣ। ਇਹ ਸਿੰਘ ਦਾ ਜੀਵਨ ਬਿਲਕੁਲ ਆਮ ਕਹਾਣੀ ਵਾਂਗ ਹੈ। ਉਹ ਬਹੁਤ ਹੀ ਸਾਦਾ ਜੀਵਨ ਬਤੀਤ ਕਰਨ ਵਾਲਾ ਬੰਦਾ ਸੀ। ਉਹਦੇ ਨਾਲ ਕਈ ਵਾਰ ਮੇਲ ਹੋਇਆ। ਇੱਕ ਵਾਰ ਸਾਡੇ ਨਾਲ ਦੇ ਇੱਕ ਸਿੰਘ ਨੇ ਉਸ ਨੂੰ ਪੁੱਛਿਆ, ਬਾਬਾ ਤੇਰੀ ਕੀ ਇੱਛਾ ਹੈ? ਉਹ ਬਹੁਤ ਹੈਰਾਨੀ ਅਤੇ ਔਖ ਮਹਿਸੂਸ ਕਰਦਿਆਂ ਕਹਿਣ ਲੱਗਾ, ਮੈਨੂੰ ਨਹੀਂ ਪਤਾ, ਕੋਈ ਇੱਛਾ ਨਹੀਂ। ਉਹ ਸਿੰਘ ਮੋੜ ਕੇ ਕਹਿਣ ਲੱਗਾ ਕਿ ਨਹੀਂ ਬਾਬਾ, ਮੇਰਾ ਮਤਲਬ ਹੈ ਕਿ ਤੂੰ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦਾ ਹੈ? ਤੂੰ ਸਾਰੀ ਉਮਰ ਸੇਵਾ ਪਰਉਪਕਾਰ ਕੀਤਾ, ਕੋਈ ਦੁਆ ਵੀ ਤੇ ਮੰਗਦਾ ਹੋਏਗਾ। ਉਹ ਸਵਾਲ ਸੁਣ ਕੇ ਭੌਂਚਲ ਜਾ ਗਿਆ। ਉਹ ਸ਼ਰਧਾ ਭਾਵਨਾ ਵਾਲਾ ਬੰਦਾ ਸੀ। ਉਹਦੇ ਲਈ ਇਹ ਗੱਲ ਬਹੁਤ ਮੁਸ਼ਕਲ ਸੀ ਕਿ ਉਹ ਕੀ ਕਹੇ। ਸਾਨੂੰ ਉਹ ਪੰਥ ਦੇ ਸਿਪਾਹੀ ਸਮਝਦਾ ਸੀ। ਉਸ ਹਿਸਾਬ ਨਾਲ ਉਹਨੂੰ ਸੱਚ ਕਹਿਣਾ ਪੈਣਾ ਸੀ। ਪਰ ਉਹ ਜੋ ਦੁਆ ਮੰਗਦਾ ਸੀ ਉਹ ਉਹਦੇ ਲਈ ਨਿੱਜੀ ਅਤੇ ਬਹੁਤ ਕੀਮਤੀ ਸ਼ੈ ਸੀ, ਜੋ ਕਿਸੇ ਨਾਲ ਸਾਂਝੀ ਨਹੀਂ ਹੋ ਸਕਦੀ ਸੀ। ਉਹ ਦੁਆ ਗੁਰੂ ਤੋਂ ਮੰਗਦਾ ਸੀ ਤੇ ਸਾਨੂੰ ਗੁਰੂ ਦੇ ਰਾਹ ਤੁਰਨ ਵਾਲੇ ਮੰਨਦਾ ਸੀ। ਇਸ ਕਰਕੇ ਉਹਨੇ ਬਹੁਤ ਗੰਭੀਰ ਹੋ ਕੇ ਕਿਹਾ, ਮੈਂ ਕੁਝ ਨਹੀਂ ਮੰਗਿਆ, ਬਸ ਜੋ ਹੈ ਉਹ ਠੀਕ ਹੈ, ਸਭ ਠੀਕ ਹੈ। ਉਹ ਕੁਝ ਸਮਾਂ ਚੁੱਪ ਰਿਹਾ ਅਤੇ ਫਿਰ ਡੂੰਘੇ ਸਹਿਜ ਵਿੱਚ ਬੋਲਿਆ, ਉਹਦਾ ਸ਼ੁਕਰ ਹੀ ਨਹੀਂ ਕੀਤਾ ਜਾਂਦਾ, ਫਿਰ ਹੋਰ ਕੀ ਕਹਿਣਾ। ਮੈਨੂੰ ਉਹਦੇ ਇਹ ਬੋਲ ਅੱਜ ਵੀ ਯਾਦ ਹਨ। ਉਹਦੀ ਆਵਾਜ਼ ਉਵੇਂ ਸੁਣਦੀ ਹੈ। ਉਹਦੇ ਸੰਘਰਸ਼ ਵਿੱਚ ਚਲੇ ਜਾਣ ਤੋਂ ਬਾਅਦ ਅਜੋਕੇ ਹਾਲਾਤ ਵਿੱਚ ਉਹਦੇ ਇਹਨਾਂ ਸਾਦੇ ਜਿਹੇ ਬੋਲਾਂ ਦੀ ਡੂੰਘਾਈ ਬਾਰੇ ਬਹੁਤ ਕੁਝ ਮਹਿਸੂਸ ਹੁੰਦਾ ਹੈ ਕਿ ਸਾਡੀ ਉਹ ਸ਼ੁਕਰ ਦੀ ਭਾਵਨਾ ਕਿੱਥੇ ਗਈ, ਜੋ ਵੱਡੇ ਘੱਲੂਘਾਰੇ ਦੀ ਸ਼ਾਮ ਨੂੰ ਇਤਿਹਾਸ ਵਿੱਚ ਸੰਜੋਈ ਗਈ। ਉਹ ਆਪਣੀ ਫਿਤਰਤ ਅਨੁਸਾਰ ਹਰ ਕਿਸੇ ਦੀ ਸੇਵਾ ਸੰਭਾਲ ਕਰਦਾ ਸੀ। ਮਨੁੱਖਤਾ ਦੇ ਕਿਸੇ ਘੜੇ ਵਖਰੇਵੇਂ ਨੂੰ ਉਹ ਜਾਣਦਾ ਨਹੀਂ ਸੀ। ਉਹ ਤਾਂ ਜਾਨਵਰਾਂ ਅਤੇ ਪੌਦਿਆਂ ਨੂੰ ਵੀ ਉਵੇਂ ਹੀ ਪਿਆਰ ਕਰਦਾ ਸੀ। ਇਲਾਕੇ ਦੀਆਂ ਸਾਰੀਆਂ ਜਥੇਬੰਦੀਆਂ ਦੇ ਸਿੰਘ ਲੋੜ ਵੇਲੇ ਉੱਥੇ ਠਹਿਰਦੇ ਸਨ। ਉਹ ਸਭ ਦੀ ਉਸੇ ਤਰ੍ਹਾਂ ਭਾਵਨਾ ਨਾਲ ਸੇਵਾ ਕਰਦਾ ਸੀ। ਪੁਲਿਸ ਨੇ ਉਸ ਨੂੰ ਬਹੁਤ ਵਾਰ ਕੁੱਟਿਆ ਅਤੇ ਜਲੀਲ ਕੀਤਾ ਸੀ, ਪਰ ਉਹ ਆਪਣੀ ਆਦਤ ਨਹੀਂ ਬਦਲਦਾ ਸੀ। ਉਹ ਆਪਣੇ ਉੱਤੇ ਤਸ਼ੱਦਦ ਕਰਨ ਵਾਲਿਆਂ ਲਈ ਵੀ ਉਹੀ ਭਾਵਨਾ ਰੱਖਦਾ ਸੀ। ਕਈ ਵਾਰ ਉਹਨੂੰ ਕਈ ਹਫ਼ਤੇ ਪੁਲਿਸ ਵਾਲੇ ਥਾਣਿਆਂ ਵਿੱਚ ਬੰਦ ਰੱਖਦੇ, ਪਰ ਹੌਲੀ-ਹੌਲੀ ਉਹ ਕੁੱਟਦੇ ਹੱਫ ਵੀ ਜਾਂਦੇ ਅਤੇ ਉਹਦੀ ਫਕੀਰੀ ਵੇਖ ਕੇ ਆਪੇ ਛੱਡ ਦਿੰਦੇ। ਆਖਰੀ ਵਾਰ ਉਹਨੂੰ CRPF ਲੈ ਕੇ ਗਈ, ਫਿਰ ਉਹਦਾ ਕੋਈ ਥਹੁ ਪਤਾ ਨਾ ਲੱਗਿਆ। ਹੁਕਮ ਦਾ ਅਦਬ ਸਤਬਚਨੀ ਸਿੰਘ। ਮਾਝੇ ਵਿੱਚ ਇੱਕ ਸਿੰਘ ਖਾੜਕੂ ਜਥੇ ਨਾਲ ਜੁੜਿਆ, ਜੋ ਬਹੁਤ ਹੀ ਨਰਮ ਅਤੇ ਸੇਵਾ ਕਰਨ ਵਾਲਾ ਸਿੰਘ ਸੀ। ਉਹਦੇ ਘਰੋਂ ਭੋਰੇ ਵਿੱਚੋਂ ਹਥਿਆਰ ਫੜੇ ਗਏ। ਉਹਨਾਂ ਦਿਨਾਂ ਵਿੱਚ ਇਹੋ ਜਿਹੀਆਂ 18 ਵਾਲਿਆਂ ਨੂੰ ਪੁਲਿਸ ਮਾਰ ਦਿੰਦੀ ਸੀ। ਇਸ ਕਰਕੇ ਉਹ ਜਥੇ ਦੇ ਸਿੰਘਾਂ ਨੇ ਉਸ ਨੂੰ ਆਪਣੇ ਨਾਲ ਰੱਖ ਲਿਆ ਤੇ ਉਹ ਵੀ ਆਗਿਆਕਾਰੀ ਹੋ ਕੇ ਨਾਲ ਹੋ ਤੁਰਿਆ। ਆਪਣੇ ਸੁਭਾਅ ਮੁਤਾਬਕ ਸਾਰਿਆਂ ਦੀ ਸੇਵਾ ਵਿੱਚ ਲੱਗ ਪਿਆ। ਆਪਣੇ ਨਿਮਰ ਤੇ ਮਿੱਠੇ ਸੁਭਾਅ ਕਾਰਨ ਸਾਰਿਆਂ ਵਿੱਚ ਬੜਾ ਅਜੀਜ਼ ਹੋ ਗਿਆ। ਪਰ ਉਹਨੇ ਕਦੀ ਹਥਿਆਰ ਨਹੀਂ ਸੀ ਚੁੱਕਿਆ ਅਤੇ ਕਿਹਾ ਕਰਦਾ ਸੀ ਕਿ ਮੈਨੂੰ ਇਸ ਤੋਂ ਡਰ ਲੱਗਦਾ ਹੈ। ਜਦੋਂ ਉਹਨੂੰ ਪੁੱਛਿਆ ਕਿ ਜੇ ਤੂੰ ਫੜਿਆ ਗਿਆ ਤਾਂ ਫਿਰ ਕੀ ਕਰੇਂਗਾ, ਤਾਂ ਉਹਨੇ ਕਹਿਣਾ ਕਿ ਮੈਂ ਕੁੱਟ ਨਹੀਂ ਖਾ ਸਕਦਾ, ਮੈਨੂੰ ਜੋ ਕੁਝ ਪੁੱਛਣਗੇ ਮੈਂ ਦੱਸ ਦਿਆਂਗਾ। ਇਸ ਕਾਰਨ ਜਥੇ ਵਾਲੇ ਉਹਦਾ ਬਹੁਤ ਖਿਆਲ ਵੀ ਕਰਦੇ ਸਨ, ਪਰ ਡਰਦੇ ਵੀ ਸਨ। ਹੌਲੀ-ਹੌਲੀ ਉਹ ਸਿੰਘ ਸੇਵਾ ਕਰਨ ਸਦਕਾ ਹੀ ਪਿੰਡਾਂ ਤੋਂ ਸ਼ਹਿਰ ਵਾਲੀਆਂ 18 ਉੱਤੇ ਵੀ ਆ ਗਿਆ।
ਉਹ ਜਥੇਬੰਦੀ ਦੇ ਸਿਖਰਲੇ ਆਗੂਆਂ ਨੂੰ ਵੀ ਜਾਣਨ ਲੱਗ ਪਿਆ। ਸ਼ਹਿਰ ਵਿੱਚ ਉਹ ਇਹੋ ਜਿਹੀ ਥਾਂ ਉੱਤੇ ਆ ਗਿਆ ਜਿੱਥੇ ਸਾਰੇ ਚੋਟੀ ਦੇ ਸਿੰਘਾਂ ਦਾ ਆਉਣਾ ਜਾਣਾ ਸੀ। ਇਸ ਕਾਰਨ ਉਹ ਬਹੁਤਿਆਂ ਨੂੰ ਜਾਣਨ ਲੱਗ ਪਿਆ। ਜਦੋਂ 1992 ਈਸਵੀ ਵਿੱਚ ਖਾੜਕੂ ਸੰਘਰਸ਼ ਕਮਜ਼ੋਰ ਪੈ ਰਿਹਾ ਸੀ ਤਾਂ ਸਰਕਾਰ ਦਾ ਹੱਥ ਉੱਪਰ ਹੋ ਰਿਹਾ ਸੀ। ਕੁਝ ਮਹੀਨਿਆਂ ਵਿੱਚ ਇਕੱਠਿਆਂ ਹੀ ਵੱਡੇ ਜਰਨੈਲ ਸ਼ਹੀਦ ਹੋ ਗਏ ਜਾਂ ਫੜੇ ਗਏ। ਉਸ ਵਕਤ ਉਸ ਜਥੇ ਦੇ ਵੀ ਜ਼ਿਆਦਾ ਸਿੰਘ ਸ਼ਹੀਦ ਹੋ ਗਏ ਅਤੇ ਬਾਕੀ ਦੇ ਜੋ ਰਹਿੰਦੇ ਸਨ ਉਹ ਵੀ ਬਿਖਰ ਗਏ। ਇੱਕ ਬੇਯਕੀਨੀ ਜਿਹੀ ਦਾ ਮਾਹੌਲ ਹੋ ਗਿਆ। ਉਸ ਵਕਤ ਉਹਨਾਂ ਸਿੰਘਾਂ ਨੇ ਇਹ ਸੋਚਦਿਆਂ ਕਿ ਇਹ ਸਿੰਘ ਨੂੰ ਬਹੁਤ ਸਾਰੇ ਸਿੰਘਾਂ ਅਤੇ ਠਾਰਾਂ ਬਾਰੇ ਜਾਣਕਾਰੀ ਹੈ, ਜੇ ਫੜਿਆ ਗਿਆ ਤਾਂ ਨੁਕਸਾਨ ਦੀ ਕੋਈ ਹੱਦ ਨਹੀਂ ਰਹਿਣੀ। ਉਹਨਾਂ ਨੇ ਹਾਲਾਤ ਦੇ ਮੱਦੇਨਜ਼ਰ ਉਸ ਸਿੰਘ ਨੂੰ ਸਾਈਨਾਈਡ ਦੇ ਦਿੱਤੀ ਅਤੇ ਕਿਹਾ ਕਿ ਹੁਣ ਸਾਡਾ ਕੋਈ ਪਤਾ ਨਹੀਂ ਹੈ। ਆਪਣੇ ਜਥੇਦਾਰ ਨੇ ਆਖਰੀ ਦਮ ਤੱਕ ਜੂਝਣ ਲਈ ਕਿਹਾ ਸੀ, ਸਾਡੇ ਕੋਲ ਤਾਂ ਹਥਿਆਰ ਹਨ ਤੇ ਜੇ ਤੂੰ ਇਹ ਸਾਈਨਾਈਡ ਰੱਖ ਲੈ, ਜਦੋਂ ਕੋਈ ਇਹੋ ਜਿਹੀ ਗੱਲ ਲੱਗੇ ਤਾਂ ਇਹ ਖਾ ਲਵੀਂ। ਉਹ ਸਿੰਘ ਚਲੇ ਗਏ ਤਾਂ ਉਹਦੇ ਕੋਲ ਕੋਈ ਹੋਰ ਸਾਥ ਨਹੀਂ ਰਿਹਾ। ਉਸ ਨੇ ਸੋਚਿਆ ਕਿ ਹੁਣ ਮੇਰੇ ਲਈ ਇਹ ਆਖਰੀ ਹੁਕਮ ਹੈ। ਉਹ ਸਿੰਘ ਉਸੇ ਰਾਤ ਸੋਲੇ ਦੇ ਪਾਠ ਮਗਰੋਂ ਸਾਈਨਾਈਡ ਖਾ ਕੇ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ। ਇਹ ਗੱਲ ਮੈਨੂੰ ਉਹਨਾਂ ਵਿੱਚੋਂ ਇੱਕ ਸਿੰਘ ਨੇ ਬਾਅਦ ਵਿੱਚ ਦੱਸੀ ਜਿਹੜੇ ਉਸ ਨੂੰ ਆਖਰੀ ਵਾਰ ਮਿਲੇ ਸਨ। ਇਸ ਸਿੰਘ ਦੀ ਕਮਾਈ ਤੇ ਸੇਵਾ ਨੂੰ ਕੀ ਕਿਹਾ ਜਾਵੇ। ਇਹ ਆਪਣੀ ਚੋਣ ਨਾਲ ਖਾੜਕੂਆਂ ਵਿੱਚ ਨਹੀਂ ਸੀ ਰਲਿਆ। ਇਹ ਹਥਿਆਰਾਂ ਨੂੰ ਵੀ ਚੰਗਾ ਨਹੀਂ ਸੀ ਸਮਝਦਾ। ਕਿਸੇ ਦਾ ਦੁੱਖ ਤੇ ਮੌਤ ਉਹਨੂੰ ਬੇਹਾਲ ਕਰ ਦਿੰਦੀ ਸੀ। ਜਿੰਨਾ ਚਿਰ ਉਹ ਸਿੰਘਾਂ ਨਾਲ ਰਿਹਾ, ਜਥੇਬੰਦੀ ਦੇ ਅਸੂਲਾਂ ਉੱਤੇ ਸਭ ਤੋਂ ਵੱਧ ਕੇ ਪਹਿਰਾ ਦਿੱਤਾ। ਸਦਾ ਹੀ ਹਰ ਕਿਸੇ ਦੀ ਸੇਵਾ ਵਿੱਚ ਤਤਪਰ ਰਿਹਾ। ਜਦੋਂ ਉਹਨੂੰ ਇੰਜ ਲੱਗਿਆ ਕਿ ਉਸ ਦੇ ਫੜੇ ਜਾਣ ਨਾਲ ਜਥੇਬੰਦੀ ਦਾ ਨੁਕਸਾਨ ਹੋ ਸਕਦਾ ਹੈ ਤਾਂ ਉਸ ਨੇ ਸੁਭਾਅ ਮੁਤਾਬਕ ਆਗਿਆ ਵਿੱਚ ਰਹਿ ਕੇ ਬੜੀ ਹੀ ਨਿਮਰਤਾ ਨਾਲ ਆਪਣੇ ਜੀਵਨ ਨੂੰ ਖਤਮ ਕਰ ਦਿੱਤਾ। ਇਹ ਸ਼ਹਾਦਤ ਰਣ ਤੱਤੇ ਵਿੱਚ ਜੂਝ ਕੇ ਸ਼ਹੀਦ ਹੋਣ ਵਾਲੇ ਬੰਦਿਆਂ ਨਾਲੋਂ ਘੱਟ ਨਹੀਂ ਸੀ। ਇਹੋ ਜਿਹੇ ਸਿੰਘ ਸਿੰਘਣੀਆਂ ਹੋਏ ਹਨ ਜਿਨ੍ਹਾਂ ਨੇ ਪੰਥ ਨੂੰ ਜਿਉਂਦਾ ਰੱਖਣ ਲਈ ਪਹਿਲਾਂ ਆਪਣੇ ਘਰ-ਬਾਰ ਤਿਆਗੇ ਅਤੇ ਆਪਣੀ ਜ਼ਿੰਦਗੀ ਨੂੰ ਇਸ ਬਿਧ ਸੇਵਾ ਕਰਦਿਆਂ ਧਰਮ ਲੇਖੇ ਵਿੱਚ ਲਾ ਦਿੱਤਾ। ਇਹਨਾਂ ਲੋਕਾਂ ਦੀ ਇਹ ਵਿਸ਼ੇਸ਼ਤਾ ਵੀ ਹੁੰਦੀ ਹੈ ਕਿ ਇਹ ਚੁੱਪ ਚਪੀਤੇ ਤੇ ਸਹਿਜ ਹੀ ਆਪਣਾ ਕੰਮ ਕਰਦੇ ਰਹਿੰਦੇ ਹਨ। ਓੜਕ ਵਿੱਚ ਨਬੇੜੇ ਤਾਂ ਅਮਲਾਂ ਦੇ ਹੀ ਹੋਣੇ ਹਨ। ਕਾਰ ਸੇਵਾ ਵਾਲੇ ਬਾਬਾ ਜੀ। ਇਹ ਵਕਤ 1987-88 ਦਾ ਸੀ ਜਦੋਂ ਅਸੀਂ ਚੰਡੀਗੜ੍ਹ ਮੋਹਾਲੀ ਦੇ ਆਲੇ ਦੁਆਲੇ ਕਾਫੀ ਸਰਗਰਮ ਸਾਂ। ਇੱਥੇ ਚਰਨਜੀਤ ਸਿੰਘ ਤਲਵੰਡੀ, ਅਵਤਾਰ ਸਿੰਘ ਦਾਊ ਮਾਜਰਾ, ਹਰਜਿੰਦਰ ਸਿੰਘ ਜਿੰਦਾ ਅਤੇ ਜਨਰਲ ਲਾਭ ਸਿੰਘ ਮੁਖੀ KCF ਦੀਆਂ ਕਾਫੀ ਠਾਰਾਂ ਸਨ। ਇਹਨਾਂ ਠਾਰਾਂ ਵਿੱਚੋਂ ਬਹੁਤੀਆਂ ਦਾ ਪ੍ਰਬੰਧ ਕਾਰ ਸੇਵਾ ਵਾਲੇ ਬਾਬਾ ਜੀ ਹੀ ਕਰਦੇ ਸਨ। ਸ਼ੁਰੂ ਵਿੱਚ ਸਾਨੂੰ ਭਾਈ ਗੁਰਦੇਵ ਸਿੰਘ ਸਤੀਆਵਾਲਾ KCF, ਭਾਈ ਗੁਰਜੀਤ ਸਿੰਘ ਫੈਡਰੇਸ਼ਨ ਪ੍ਰਧਾਨ ਹੋਰਾਂ ਨੇ ਕਾਰ ਸੇਵਾ ਵਾਲੇ ਬਾਬਿਆਂ ਨਾਲ ਮਿਲਾਇਆ। ਉਹਨਾਂ ਵਿੱਚੋਂ ਇੱਕ ਸਿੰਘ ਬਹੁਤ ਨਿਮਰ ਅਤੇ ਮਿੱਠੇ ਸੁਭਾਅ ਵਾਲਾ ਸੀ। ਉਹਦਾ ਮੋਹਾਲੀ ਦੀਆਂ ਸੰਗਤਾਂ ਵਿੱਚ ਕਾਫੀ ਮਾਣ ਸਨਮਾਨ ਸੀ। ਮੈਨੂੰ ਹੁਣ ਉਹ ਸਿੰਘ ਦਾ ਨਾਂ ਚੰਗੀ ਤਰ੍ਹਾਂ ਯਾਦ ਨਹੀਂ ਹੈ। ਪਹਿਲਾਂ ਵੀ ਸਾਡੇ ਵਿੱਚੋਂ ਬਹੁਤਿਆਂ ਨੂੰ ਉਹਦਾ ਪੂਰਾ ਨਾਂ ਪਤਾ ਨਹੀਂ ਸੀ। ਸਾਡੇ ਵਿੱਚੋਂ ਸ਼ਾਇਦ ਕੋਈ ਹੀ ਉਹਦਾ ਪੂਰਾ ਨਾਂ ਲੈ ਕੇ ਬੁਲਾਉਂਦਾ ਹੋਵੇ। ਅਸੀਂ ਉਹਨੂੰ ਬਾਬਾ ਜੀ ਦੇ ਨਾਮ ਨਾਲ ਹੀ ਜਾਣਦੇ ਸਾਂ ਅਤੇ ਇਸੇ ਨਾਂ ਨਾਲ ਹੀ ਬੁਲਾਉਂਦੇ ਸਾਂ। ਇਸ ਗੱਲ ਦਾ ਉਹਨੂੰ ਵੀ ਫਾਇਦਾ ਸੀ ਕਿ ਕੋਈ ਉਹਦਾ ਨਾਂ ਨਹੀਂ ਸੀ ਜਾਣਦਾ। ਨਾਂ ਪੁੱਛਣਾ ਅਤੇ ਯਾਦ ਰੱਖਣਾ ਭਗੌੜੇ ਜੀਵਨ ਦਾ ਬਹੁਤ ਅਹਿਮ ਹਿੱਸਾ ਹੁੰਦਾ ਹੈ, ਪਰ ਲਹਿਰ ਦੇ ਭੇਤ ਨੂੰ ਸਾਂਭਣ ਦੇ ਨੁਕਤੇ ਤੋਂ ਮਿਲਣ ਵਾਲੇ ਲੋਕਾਂ ਨੂੰ ਨਾਂ ਪਤਾ ਜਿੰਨਾ ਘੱਟ ਪੁੱਛਿਆ ਦੱਸਿਆ ਜਾਵੇ ਉਨਾ ਹੀ ਭਲਾ ਹੁੰਦਾ ਹੈ। ਸੰਘਰਸ਼ਾਂ ਵਿੱਚ ਜਾਣਕਾਰੀ ਜਾਨ ਤੋਂ ਵੀ ਕੀਮਤੀ ਹੁੰਦੀ ਹੈ। ਉਸ ਬਾਬੇ ਦੇ ਪਿਛੋਕੜ ਬਾਰੇ ਸਾਨੂੰ ਇਹੋ ਪਤਾ ਸੀ ਕਿ ਉਹਦਾ ਪਿਛੋਕੜ ਯੂਪੀ ਦਾ ਸੀ। ਉਹ ਛੋਟੇ ਹੁੰਦੇ ਤੋਂ ਹੀ ਕਾਰ ਸੇਵਾ ਵਾਲੇ ਬਾਬਿਆਂ ਨਾਲ ਰਹਿੰਦਾ ਸੀ। ਉਹ ਦਿਨ ਰਾਤ ਸੇਵਾ ਕਰਦਾ ਰਹਿੰਦਾ ਸੀ। ਅਸੀਂ ਜਦ ਵੀ ਮਿਲਣਾ ਉਹਦੇ ਗਲ ਉਹੀ ਚੋਲਾ ਅਤੇ ਬਾਕੀ ਸਭ ਕੁਝ ਉਵੇਂ ਹੀ ਹੋਣਾ। ਉਹਦੀ ਉਹੀ ਤੋਰ ਅਤੇ ਹਸੂੰ ਹਸੂੰ ਕਰਦਾ ਚਿਹਰਾ। ਉਹ ਨਿੱਕੀਆਂ ਨਿੱਕੀਆਂ ਗੱਲਾਂ ਸੁਣਾ ਕੇ ਸਭ ਦਾ ਦਿਲ ਲਾਈ ਰੱਖਦਾ ਸੀ। ਅਸਲ ਵਿੱਚ ਇੱਥੇ ਆਲੇ ਦੁਆਲੇ ਦੇ ਸਾਰੇ ਸਿੰਘਾਂ ਲਈ ਠਾਹਰ ਦਾ ਪ੍ਰਬੰਧ ਉਹੀ ਕਰਦਾ ਸੀ। ਸਾਡਾ ਸਮਾਨ ਵੀ ਉਹੀ ਸਾਂਭਦਾ ਸੀ। ਉਹ ਬੜੇ ਚਾਅ ਨਾਲ ਸਾਡੇ ਲਈ ਵਧੀਆ ਕਿਸਮ ਅਤੇ ਅੱਛੇ ਨਮੂਨੇ ਦੇ ਕੱਪੜੇ, ਲੋਈਆਂ ਆਦਿ ਦਾ ਪ੍ਰਬੰਧ ਵੀ ਕਰਦਾ ਸੀ। ਮੋਹਾਲੀ ਵਿੱਚ ਅਤੇ ਆਲੇ ਦੁਆਲੇ ਉਹਨੇ ਸਾਡੇ ਲਈ ਇੰਨੀਆਂ ਠਾਹਰਾਂ ਬਣਾਈਆਂ ਸਨ ਕਿ ਸਾਰੀਆਂ ਥਾਵਾਂ ਇੱਕ ਬੰਦੇ ਨੂੰ ਯਾਦ ਵੀ ਨਾ ਰਹਿਣ। ਇਹ ਸਭ ਪ੍ਰਬੰਧ ਉਹਦੇ ਸੁਭਾਅ ਅਤੇ ਸੰਗਤਾਂ ਵਿੱਚ ਬਣੀ ਹੋਈ ਇੱਜ਼ਤ ਸਦਕਾ ਸੀ। ਉਹ ਬੰਦਿਆਂ ਦੀਆਂ ਭਾਵਨਾਵਾਂ ਚੰਗੀ ਤਰ੍ਹਾਂ ਨਾਲ ਸਮਝਦਾ ਸੀ। ਇਸ ਕਰਕੇ ਉਹਨੂੰ ਕਿਸੇ ਥਾਂ ਤੋਂ ਨਾਂਹ ਨਹੀਂ ਸੀ ਹੁੰਦੀ।
ਉਹ ਸਾਡੇ ਸਾਰਿਆਂ ਦੇ ਸਹੀ ਨਾਂ ਜਾਣਦਾ ਸੀ, ਪਰ ਉਹ 18 ਵਾਲਿਆਂ ਨੂੰ ਮਿਲਾਉਣ ਵੇਲੇ ਕਦੀ ਕਿਸੇ ਦਾ ਨਾਂ ਨਹੀਂ ਸੀ ਦੱਸਦਾ। ਜੇ ਕਈ ਵਾਰ ਕੋਈ ਪਰਿਵਾਰ ਵਾਲਾ ਇੱਛਾ ਵੀ ਕਰਦਾ ਤਾਂ ਵੀ ਉਹਦੇ ਸਦਾ ਕੁਝ ਪੱਕੇ ਜਵਾਬ ਹੁੰਦੇ ਕਿ ਇਹ ਸਿਮਰਨ ਵਾਲਾ ਸਿੰਘ ਹੈ, ਇਹ ਚੜ੍ਹਦੀ ਕਲਾ ਵਾਲਾ ਸਿੰਘ ਹੈ, ਇਹ ਪੰਥ ਦਾ ਸਰਮਾਇਆ ਹਨ, ਇਹ ਪੰਥ ਦੀ ਸ਼ਾਨ ਹਨ, ਇਹ ਗੁਰੂ ਕੇ ਲਾਡਲੇ ਹਨ। ਇਹ ਗੱਲਾਂ ਉਹ ਸੋਚ ਕੇ ਨਹੀਂ ਕਹਿੰਦਾ ਸੀ, ਸਗੋਂ ਦਿਲੋਂ ਕਹਿੰਦਾ ਸੀ। ਉਹਦੇ ਬੋਲਾਂ ਦਾ ਅਗਲੇ ਬੰਦੇ ਉੱਤੇ ਇਹੋ ਜਿਹਾ ਅਸਰ ਪੈਂਦਾ ਸੀ ਕਿ ਮੁੜ ਕਦੀ ਕੋਈ ਸਾਡੇ ਨਾਂ ਜਾਣਨ ਦੀ ਇੱਛਾ ਨਹੀਂ ਕਰਦਾ ਸੀ। ਸਾਲ ਤੋਂ ਵੱਧ ਸਮਾਂ ਇਵੇਂ ਚੱਲਦਾ ਰਿਹਾ। ਚੰਡੀਗੜ੍ਹ ਵਿੱਚ ਹੋਈਆਂ ਵਾਰਦਾਤਾਂ ਕਰਕੇ ਕਈ ਅਜਿਹੇ ਮੌਕੇ ਬਣ ਗਏ ਜਿਸ ਕਰਕੇ ਸਰਕਾਰ ਦੇ ਕੰਨ ਅੱਖ ਬਣੇ ਖੁਫੀਆ ਮਹਿਕਮੇ ਬਹੁਤ ਚੁਕੰਨੇ ਹੋ ਗਏ। ਕੁਝ ਸਮੇਂ ਬਾਅਦ ਪਤਾ ਨਹੀਂ ਕਿਸ ਤਰ੍ਹਾਂ ਕਿਹੜੇ ਸੁਰਾਗ ਨਾਲ ਉਹ ਬਾਬੇ ਨੂੰ ਕਿਸੇ ਖੁਫੀਆ ਮਹਿਕਮੇ ਨੇ ਚੁੱਕ ਲਿਆ। ਉਹਦਾ ਖੁਫੀਆ ਮਹਿਕਮੇ ਵੱਲੋਂ ਚੁੱਕਿਆ ਜਾਣਾ ਇਹ ਗੱਲ ਦਾ ਸਬੂਤ ਸੀ ਕਿ ਕਿਸੇ ਨੇ ਬਹੁਤ ਪੱਕੀ ਖਬਰ ਦਿੱਤੀ ਹੈ। ਪੁਲਿਸ ਅਤੇ ਖੁਫੀਆ ਮਹਿਕਮੇ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਵੱਖਰਾ ਹੁੰਦਾ ਹੈ। ਸ਼ਾਇਦ ਆਈਬੀ ਨੇ ਉਹਨੂੰ ਚੁੱਕਿਆ ਸੀ। ਜਿਵੇਂ ਜਿਵੇਂ ਸਾਰਿਆਂ ਨੂੰ ਪਤਾ ਲੱਗਿਆ, ਅਸੀਂ ਸਭ ਨੇ ਉਹਨਾਂ 18 ਉੱਤੇ ਜਾਣਾ ਬੰਦ ਕਰ ਦਿੱਤਾ ਜਿਹੜੀਆਂ ਉਹਨੇ ਬਣਾਈਆਂ ਸਨ। ਸਾਨੂੰ ਕੋਈ ਪਤਾ ਨਹੀਂ ਸੀ ਕਿ ਕਿਹੜੇ ਘਰ ਜਾਂ ਬੰਦੇ ਨੂੰ ਮਹਿਕਮੇ ਨੇ ਆਪਣੀ ਪਕੜ ਵਿੱਚ ਲੈ ਲਿਆ ਹੋਵੇ ਅਤੇ ਸਾਡੇ ਲਈ ਜਾਲ ਵਿਛਾਇਆ ਹੋਵੇ। ਇਹ ਕਿਸੇ 'ਤੇ ਸ਼ੱਕ ਕਰਨ ਵਾਲੀ ਗੱਲ ਨਹੀਂ ਸੀ, ਸਗੋਂ ਲੁਕਵੀਂ ਜੰਗ ਦਾ ਇਹੋ ਪੈਂਤੜਾ ਹੁੰਦਾ ਹੈ। ਕੋਈ ਵੀ ਠਾਰ ਜੋ ਹੋਰ ਕਿਸੇ ਨਾਲ ਸਾਂਝੀ ਹੈ ਤਾਂ ਅਗਲੇ ਦੇ ਫੜੇ ਜਾਣ ਉੱਤੇ ਇਹੋ ਸਹੀ ਤਰੀਕਾ ਹੁੰਦਾ ਹੈ ਕਿ ਉੱਥੇ ਨਾ ਜਾਣਾ ਹੀ ਭਲਾ ਹੈ। ਸਾਡੀ ਜਾਣਕਾਰੀ ਮੁਤਾਬਕ ਉਹਨੇ ਕੁਝ ਕੁ 18 ਦਾ ਪਤਾ ਵੀ ਦੱਸਿਆ ਅਤੇ ਕੁਝ ਕੁ ਹਥਿਆਰ ਵੀ ਦਿੱਤੇ। ਉਹ ਸਿੰਘ ਦੇ ਫੜੇ ਜਾਣ ਤੋਂ ਬਾਅਦ ਜਾਣਨ ਵਾਲੀ ਗੱਲ ਇਹੋ ਹੈ ਕਿ ਸਾਨੂੰ ਕਈ ਸਿੰਘਾਂ ਨੇ ਆ ਕੇ ਕਈ ਵਾਰ ਦੱਸਣਾ ਕਿ ਅੱਜ ਅਸੀਂ ਬਾਬਾ ਜੀ ਨੂੰ ਫਲਾਣੇ ਚੌਂਕ ਵਿੱਚ ਜਾਂ ਅੱਜ ਅਸੀਂ ਫਲਾਣੇ ਗੁਰਦੁਆਰਾ ਸਾਹਿਬ ਅੱਗੇ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਵਿੱਚ ਵੇਖਿਆ ਸੀ। ਸਾਨੂੰ ਇਹ ਗੱਲ ਕਈ ਵਾਰ 18 ਵਾਲਿਆਂ ਨੇ ਵੀ ਦੱਸੀ ਜੋ ਆਪਣੇ ਵੱਲੋਂ ਸਾਨੂੰ ਸੁਚੇਤ ਕਰਨ ਲਈ ਦੱਸਣ ਆਏ ਸਨ। ਉਹ ਬਾਬਾ ਵੀ 18 ਵਾਲਿਆਂ ਨੂੰ ਵੇਖ ਕੇ ਟਾਲਾ ਨਹੀਂ ਵੱਟਦਾ ਸੀ, ਸਗੋਂ ਉਹਨਾਂ ਨੂੰ ਉਸੇ ਤਰ੍ਹਾਂ ਮਿਲਦਾ ਜਿਵੇਂ ਉਹਨੂੰ ਕੁਝ ਵੀ ਨਾ ਹੋਇਆ ਹੋਵੇ। ਪਰ ਉਹਦਾ ਸਭ ਦੇ ਮਨਾਂ ਵਿੱਚ ਵਸਿਆ ਹੱਸਦਾ ਚਿਹਰਾ ਸਭ ਨੇ ਸ਼ਾਂਤ ਵੇਖਿਆ ਸੀ। ਇੱਕ ਤਰ੍ਹਾਂ ਨਾਲ ਅਗਲੇ ਨੂੰ ਇੱਕ ਸੁਨੇਹਾ ਮਿਲ ਜਾਂਦਾ ਸੀ ਜੋ ਉਹ ਬਿਨਾਂ ਕਹੇ ਦੇਣਾ ਚਾਹੁੰਦਾ ਹੁੰਦਾ ਸੀ। ਅਜਿਹੇ ਮੌਕਿਆਂ ਉੱਤੇ ਦੂਜੇ ਨੂੰ ਕੁਝ ਮਹਿਸੂਸ ਕਰਾ ਦੇਣਾ ਹੀ ਸੁਨੇਹਾ ਦੇਣ ਦਾ ਸਭ ਤੋਂ ਬਿਹਤਰ ਤਰੀਕਾ ਹੁੰਦਾ ਹੈ। 18 ਵਾਲੇ ਕੁਝ ਲੋਕ ਅਜਿਹੇ ਵੀ ਸਨ ਜਿਹੜੇ ਉਹਦੇ ਨਾਲ ਹੁੰਦੇ ਓਪਰੇ ਬੰਦਿਆਂ ਨੂੰ ਪਛਾਣ ਨਹੀਂ ਸਕਦੇ ਸਨ, ਕਿਉਂਕਿ ਉਹ ਬਾਬਾ ਜੀ ਨਾਲ ਸਾਡੇ ਸਿੰਘਾਂ ਨੂੰ ਵੇਖਣ ਦੇ ਆਦੀ ਸਨ। ਬਹੁਤਿਆਂ ਲੋਕਾਂ ਨੂੰ ਪਤਾ ਨਹੀਂ ਸੀ ਕਿ ਬਾਬਾ ਜੀ ਹਕੂਮਤ ਦੇ ਬੰਦਿਆਂ ਦੀ ਕੈਦ ਵਿੱਚ ਸਨ, ਕਿਉਂਕਿ ਆਮ ਲੋਕਾਂ ਲਈ ਉਸ ਵੇਲੇ ਤੱਕ ਪੁਲਿਸ ਹੀ ਸਰਕਾਰੀ ਗ੍ਰਿਫਤਾਰੀ ਦਾ ਮਹਿਕਮਾ ਸੀ। ਬਾਬਾ ਜੀ ਲਹਿਰ ਦੇ 20-25 ਬਹੁਤ ਅਹਿਮ ਸਿੰਘਾਂ ਨੂੰ ਜਾਣਦਾ ਸੀ ਅਤੇ ਕਈਆਂ ਦੀਆਂ ਪੱਕੀਆਂ 18 ਵੀ ਜਾਣਦੇ ਸੀ, ਪਰ ਕਿਸੇ ਵੀ ਸਿੰਘ ਦਾ ਨੁਕਸਾਨ ਨਹੀਂ ਹੋਇਆ। ਇਸ ਕਰਕੇ ਸਾਡਾ ਉਹਨਾਂ ਬਾਰੇ ਇਹੋ ਅੰਦਾਜ਼ਾ ਬਣਿਆ ਕਿ ਉਹਨਾਂ ਨੇ ਅਖੀਰ ਤੱਕ ਪੰਥ ਨਾਲ ਵਫਾ ਪਾ ਲਈ। ਸਾਡੇ ਸਾਰਿਆਂ ਵਿੱਚੋਂ ਆਖਰੀ ਵਾਰ ਉਹਨਾਂ ਨੂੰ ਬਾਪੂ ਮਲਕੀਤ ਸਿੰਘ ਰਾਜਸਥਾਨੀ KCF ਹੋਰਾਂ ਨੇ ਹਰੀਕੇ ਪੱਤਣ 'ਤੇ ਵੇਖਿਆ ਸੀ। ਉਹਨਾਂ ਵੇਲਿਆਂ ਵਿੱਚ ਅਹਿਮ ਥਾਵਾਂ ਅਤੇ ਸੜਕਾਂ ਉੱਤੇ ਪੁਲਿਸ ਅਤੇ ਫੌਜ ਦੀ ਤਲਾਸ਼ੀ ਅਚਾਨਕ ਹੁੰਦੀ ਸੀ। ਜਿੱਥੇ ਇੱਕ ਗੱਡੀ ਕਾਲੇ ਸ਼ੀਸ਼ਿਆਂ ਵਾਲੀ ਹੁੰਦੀ ਸੀ, ਬੱਸਾਂ ਗੱਡੀਆਂ ਦੀਆਂ ਸਵਾਰੀਆਂ ਸਮੇਤ ਹਰ ਰਾਹਗੀਰ ਨੂੰ ਉਸ ਗੱਡੀ ਦੇ ਅੱਗੇ ਦੀ ਲੰਘਣਾ ਪੈਂਦਾ ਸੀ। ਉਸ ਦਿਨ ਬਾਪੂ ਮਲਕੀਤ ਸਿੰਘ ਹੋਣੀ ਟਰੱਕ ਵਿੱਚ ਸਨ। ਉਹਨਾਂ ਨੇ ਬਾਬਾ ਜੀ ਨੂੰ CRPF ਵਾਲਿਆਂ ਦੇ ਵਿਚਕਾਰ ਉਹਨਾਂ ਦੀ ਵਰਦੀ ਵਿੱਚ ਵੇਖਿਆ। ਬਹੁਤ ਲੰਬੀ ਕਤਾਰ ਲੱਗੀ ਸੀ। ਉਹਨਾਂ ਨੇ ਇੱਕ ਦੂਜੇ ਨੂੰ ਵੇਖ ਲਿਆ ਸੀ। ਜਦੋਂ ਨਜ਼ਰਾਂ ਮਿਲੀਆਂ ਤੇ ਬਾਪੂ ਮਲਕੀਤ ਸਿੰਘ ਨੇ ਵੇਖਿਆ ਕਿ ਬਾਬੇ ਦੀਆਂ ਅੱਖਾਂ ਨਮ ਹੋ ਗਈਆਂ, ਪਰ ਉਹ ਉਸੇ ਤਰ੍ਹਾਂ ਸਾਦਗੀ ਨਾਲ ਖੜਾ ਰਿਹਾ। ਜਦੋਂ ਉਹਨਾਂ ਦੀ ਪਛਾਣ ਦੀ ਵਾਰੀ ਲੰਘ ਗਈ, ਉਹਨਾਂ ਨੇ ਸੁੱਖ ਦਾ ਸਾਹ ਲਿਆ। ਉਸ ਵੇਲੇ CRPF ਵਾਲਿਆਂ ਨੇ ਬਾਬਾ ਜੀ ਦੇ ਕੇਸ ਕਤਲ ਕੀਤੇ ਹੋਏ ਸਨ। ਇਹ ਗੱਲ 1988 ਦੀ ਹੋਵੇਗੀ। ਉਸ ਦਿਨ ਤੋਂ ਬਾਅਦ ਸਾਨੂੰ ਕਦੇ ਕੋਈ ਖਬਰ ਨਹੀਂ ਮਿਲੀ। ਜਿਹੜੇ ਸਿੰਘਾਂ ਨੂੰ ਜਾਣਦੇ ਹੋਏ ਵੀ ਉਹਨਾਂ ਨੇ ਕਿਸੇ ਨੂੰ ਫੜਾਇਆ ਨਹੀਂ। ਸ਼ਾਇਦ ਸਰਕਾਰ ਦਾ ਕੋਈ ਲਾਹੇਵੰਦਾ ਕੰਮ ਨਹੀਂ ਕੀਤਾ। 18 ਵਾਲੇ ਸਿੰਘਾਂ ਦਾ ਵੀ ਬਹੁਤੀ ਵਾਰ ਉਹੀ ਅੰਤ ਹੁੰਦਾ ਜੋ ਜੁਝਾਰੂਆਂ ਦਾ ਹੁੰਦਾ ਸੀ। ਆਖਰ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਹੋਵੇਗਾ। ਉਹ ਸਿੰਘ ਸਾਨੂੰ ਕਈ ਵਾਰ ਯਾਦ ਆਉਂਦਾ ਸੀ। ਅਸੀਂ ਉਹਦੇ ਬਾਰੇ ਗੱਲਾਂ ਕਰਦੇ। ਅਸੀਂ ਉਹਦਾ ਦੇਣ ਕਿਵੇਂ ਦੇ ਸਕਦੇ ਸੀ। ਉਹਦੀ ਕਮਾਈ, ਉਹਦੀ ਸੇਵਾ ਕੋਈ ਖੇਡ ਨਹੀਂ ਸੀ। ਉਹ ਜੋ ਸਾਨੂੰ ਪੰਥ ਦਾ ਸਰਮਾਇਆ ਕਹਿੰਦਾ ਸੀ, ਅਸਲ ਵਿੱਚ ਉਹ ਸਿੰਘ ਸਾਡਾ ਸਰਮਾਇਆ ਸੀ। ਅਸੀਂ ਅਜਿਹੇ ਗੁਮਨਾਮ ਸੇਵਾਦਾਰਾਂ ਕਰਕੇ ਹੀ ਪੰਥ ਦਾ ਸਰਮਾਇਆ ਬਣੇ
ਕਿਉਂਕਿ ਉਹਨਾਂ ਨੇ ਆਪਣੀ ਕਮਾਈ ਸਾਦਗੀ ਨਾਲ ਤੋੜ ਨਿਭਾ ਦਿੱਤੀ। ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ, ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ। ਲੇਖਕ ਭਾਈ ਦਲਜੀਤ ਸਿੰਘ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।